ਕਹਿੰਦੇ ਮੋਰਚਾ ਬਹੁਤ ਵੱਡਾ ਹੁੰਦਾ। ਤੁਸੀਂ ਤਾਂ ਇੱਥੇ ਤੁਹਾਡੀ ਪਾਰਟੀ ਦੇ ਕੁਝ ਇੱਕ ਲੋਕ ਬੈਠੇ ਨੇ ਤੇ ਉਹ ਬਾਕੀ ਸਾਰੇ ਕਿੱਥੇ ਨੇ ਜਿਨ੍ਹਾਂ ਨੇ ਉਧਰ ਮੋਰਚਾ ਲਾਇਆ ਸੀ? ਇਹ ਮੋਰਚਾ ਹੁਣ ਲੱਗ ਗਿਆ ਹੈ। ਇੱਕ ਪਾਸੇ ਮੋਦੀ ਦੀ ਬਾਂਹ, ਇੱਕ ਪਾਸੇ ਸਾਡੀ ਹੈ। ਅਸੀਂ ਇਹਨੂੰ ਬਾਂਹ ਨੂੰ ਫੜ ਲਿਆ। ਹੁਣ ਉਹਨਾਂ ਚਿਰ ਨਹੀਂ ਇਹਦਾ ਖਹਿੜਾ ਛੱਡਣਾ ਜਿੰਨਾ ਚਿਰ ਬਾਂਹ ਇੱਧਰ ਹੋ ਜੂਗੀ ਜਾਂ ਇੱਧਰ ਹੋ ਜੂਗੀ। ਇਹ ਜਿਹੜੇ ਆਮ ਜਾਨਵਰ ਹੈ ਜਿਹੜੇ ਐਵੇਂ ਚੀਂ ਚੂੰ ਜੀ ਕਰਦੇ ਆ, ਹੁਣ ਫੁਕਾਰੇ ਫੁਕੂਰੇ ਤਾਂ ਸਾਰੇ ਵੱਜਦੇ ਆ ਪਰ ਸ਼ੇਰ ਦੇ ਨੇੜੇ ਨਹੀਂ ਆਉਂਦਾ। ਲੋਕ ਇਹ ਪੁੱਛਣਗੇ ਕਿ ਬਾਕੀਆਂ ਪਾਰਟੀਆਂ ਦੇ ਪ੍ਰਧਾਨ ਸੜਕਾਂ ਤੇ ਨੇ, ਸੁਖਬੀਰ ਸਿੰਘ ਬਾਦਲ ਸੜਕਾਂ ਤੇ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਹ ਵੀ ਵਿਰੋਧ ਕਰਦੇ ਸੜਕਾਂ ਤੇ ਨਜ਼ਰ ਆਉਂਦੇ ਨੇ, ਕੈਪਟਨ ਅਮਰਿੰਦਰ ਸਿੰਘ ਜਿਹੜੇ 31 ਕਿਸਾਨ ਜਥੇਬੰਦੀਆਂ ਨੂੰ ਮਿਲ ਰਹੇ ਨੇ, ਸਿਮਰਨਜੀਤ ਸਿੰਘ ਮਾਨ ਕਿੱਥੇ ਨੇ? ਕਿਸਾਨਾਂ ਦਾ ਮੋਰਚਾ ਕਿਤੇ ਹੋਰ ਹੈ, ਤੁਸੀਂ ਆਪਣੀ ਪਾਰਟੀ ਵੱਲੋਂ ਮੋਰਚਾ ਲਾ ਕੇ ਬੈਠੇ ਹੋ। ਇੱਕ ਥਾਂ ਤੇ ਇਕਜੁੱਟ ਹੋਵਾਂਗੇ ਤਾਂ ਹੀ ਲੜਿਆ ਜਾ ਸਕਦਾ ਦਿੱਲੀ ਨਾਲ। ਬਿਲਕੁਲ ਲੜਿਆ ਜਾ ਸਕਦਾ। ਇਹ ਗੱਲ ਤੁਹਾਡੀ ਸਿਆਣੀ ਹੈ ਤੇ ਵਾਜਬ ਵੀ ਹੈ ਤੇ ਵਜਨ ਵੀ ਹੈ। ਪੰਜਾਬ ਦੇ ਵਿੱਚ ਅਕਾਲੀ ਦਲ 3 ਤਖਤਾਂ ਤੋਂ ਲੈ ਕੇ ਚੰਡੀਗੜ੍ਹ ਤੱਕ ਕੂਚ ਕੀਤਾ ਹੋਇਆ, ਉਹਨੂੰ ਕਿੱਦਾਂ ਦੇਖਦੇ ਹੋ? ਅਕਾਲੀ ਦਲ ਵਾਲੇ ਵੀ ਤਾਂ ਕਹਿੰਦੇ ਨੇ ਨਾ ਕਿ ਅਸੀਂ ਵੀ ਪ੍ਰੈਸ਼ਰ ਬਣਾ ਰਹੇ ਹਾਂ, ਅਸਤੀਫਾ ਅਸੀਂ ਦੇ ਦਿੱਤਾ, ਐਨਡੀਏ ਦੀ ਭਾਈਵਾਲੀ ਅਸੀਂ ਛੱਡਤੀ, ਅਸੀਂ ਵੀ ਪ੍ਰੈਸ਼ਰ ਬਣਾ ਰਹੇ ਹਾਂ। ਉਹ ਪ੍ਰੈਸ਼ਰ ਨਹੀਂ ਬਣਦਾ? ਨੋ ਪ੍ਰੈਸ਼ਰ ਕਰਦਾ, ਉਹ ਤਾਂ ਫਰੇਬ ਹੈ। 31 ਜਥੇਬੰਦੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਨਹੀਂ ਚਾਹੀਦਾ ਸੀ। ਹੋਰ ਕਿਹਨੂੰ? ਇਹ ਤਾਂ ਸਿਆਸਤ ਖੇਡੀ ਨੇ। ਕੈਪਟਨ ਦੇ ਕੀ ਬਸ ਹੈ ਜੀ? ਕੈਪਟਨ ਬਿੱਲ ਮਾਫ ਕਰਾ ਦੂਗਾ? ਇਹਨੇ ਤਾਂ ਵਿਧਾਨ ਸਭਾ 'ਚ ਮਤਾ ਹੀ ਨਹੀਂ ਪਾਸ ਕੀਤਾ। ਕੁਝ ਉਹਨਾਂ ਦੇ ਬੰਦੇ ਆ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਆ। ਹੁਣ ਦੱਸੋ ਤੁਸੀਂ ਲੱਖੋਵਾਲ ਨੂੰ ਕਿਵੇਂ ਲੈਂਦੇ ਹੋ? ਚੇਅਰਮੈਨੀ ਤੋਂ ਲੈ ਲਈ ਬਾਦਲ ਕੋਲ 10 ਲੈ ਨਜ਼ਾਰੇ। ਰਾਜੇਵਾਲ ਨੂੰ ਤੁਸੀਂ ਕਿਵੇਂ ਕਹਿੰਦੇ ਹੋ? ਗੱਲ ਸੱਚੀ ਤਾਂ ਕਰੋ। ਤੇ ਫਿਰ ਧਰਨੇ ਮੁਜ਼ਾਹਰਿਆਂ 'ਚ ਤੁਸੀਂ ਪਾਈ ਫਿਰਦੇ ਹੋ ਲੋਕਾਂ ਨੂੰ। ਬੇਸਿਕ ਗੱਲ ਕਰੋ, ਇੱਥੇ ਆ ਕੇ ਟੇਬਲ ਤੇ ਗੱਲ ਕਰਨੀ ਪਊਗੀ। ਜਿੰਨਾ ਚਿਰ ਤੁਸੀਂ ਗੱਲ ਨਹੀਂ ਕਰਦੇ ਤੇ ਜਿਹੜੇ ਚੰਗੇ ਬੰਦਿਆਂ ਨੂੰ ਤੁਸੀਂ ਸਾਈਡ ਤੇ ਕਰਨਾ ਚਾਹੁੰਦੇ, ਇਹ ਗੱਲ ਨਹੀਂ ਕਰਨੀ। ਹੁਣ ਤੁਸੀਂ ਕਹਿੰਦੇ ਅਸੀਂ ਗੱਲ ਕਰਾਂਗੇ, ਇਹ ਟੇਬਲ ਤੇ ਗੱਲ, ਅੰਦਰ ਗੁਪਤ ਗੱਲ ਨਹੀਂ ਹੋਣੀ ਚਾਹੀਦੀ। ਗੱਲ ਇੱਥੇ ਹੋਣੀ ਚਾਹੀਦੀ ਹੈ। ਇੱਥੇ ਲੀਡਰ ਹੋਣ, ਇੱਥੇ ਗੱਲ ਕਰਨ, ਗੱਲ ਖੁੱਲੀ ਹੋਵੇ, ਪ੍ਰੈਸ ਵਿੱਚ ਹੋਵੇ, ਲੋਕ ਵਿੱਚ ਹੋਣ, ਬੀਬੀਆਂ ਜਿਹੜੀਆਂ ਲੜਾਈ ਲੜੀਆਂ ਹੋਣ, ਗਾਇਕ ਹੋਣ, ਸਾਰੇ ਬੰਦੇ ਵਿੱਚ ਹੋਣ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅਸੀਂ ਇਸ ਵੇਲੇ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕਿਸਾਨਾਂ ਨੇ ਮੋਰਚਾ ਲਾਇਆ ਸੀ। ਦੀਪ ਸਿੱਧੂ, ਲੱਖਾ ਸਿਧਾਣਾ, ਹੋਰ ਵੀ ਵੱਡੇ ਵੱਡੇ ਸਮਾਜ ਸੇਵੀ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਮੌਜੂਦ ਸਨ। ਇਸ ਵੇਲੇ ਸਾਡੇ ਨਾਲ ਸਿਰਫ ਇੱਕੋ ਮੋਰਚਾ ਸਾਨੂੰ ਇੱਥੇ ਨਜ਼ਰ ਆਇਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਲਗਾਇਆ ਗਿਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਮੌਜੂਦ ਨੇ। ਜਸਕਰਨ ਸਿੰਘ ਜੀ, ਮੋਰਚੇ 'ਚ ਕਹਿੰਦੇ ਮੋਰਚਾ ਬਹੁਤ ਵੱਡਾ ਹੁੰਦਾ। ਤੁਸੀਂ ਤਾਂ ਇੱਥੇ ਤੁਹਾਡੀ ਪਾਰਟੀ ਦੇ ਕੁਝ ਇੱਕ ਲੋਕ ਬੈਠੇ ਨੇ ਤੇ ਉਹ ਬਾਕੀ ਸਾਰੇ ਕਿੱਥੇ ਨੇ ਜਿਨ੍ਹਾਂ ਨੇ ਉਧਰ ਮੋਰਚਾ ਲਾਇਆ ਸੀ? ਲੋਕਰਨ ਜਿਹੜਾ ਟੀਵੀ ਚੈਨਲ ਹੈ ਜਿਹੜਾ ਸਦਾ ਸਿੱਖ ਕੌਮ ਦੀ ਵੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਪਾਣੀਆਂ ਦੀ ਗੱਲ ਕਰਦਾ, ਪੁੱਤ ਦੀ ਗੱਲ ਕਰਦਾ, ਪੱਤ ਦੀ ਗੱਲ ਕਰਦਾ, ਪੜ੍ਹਾਈ ਦੀ ਵੀ ਗੱਲ ਕਰਦਾ, ਉੱਥੇ ਕਿਸਾਨਾਂ ਦੀ ਵੀ ਗੱਲ ਕਰਦਾ। ਉਹਨਾਂ ਦੇ ਸੂਝਵਾਨ ਭਾਈ ਸੁਖਵਿੰਦਰ ਸਿੰਘ ਜੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ੰਭੂ ਵਿਖੇ ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਇਹ ਮੋਰਚਾ ਕਿਸਾਨਾਂ ਦੇ ਹੱਕ ਵਿੱਚ ਲਾਇਆ ਗਿਆ। ਮੋਰਚੇ ਦਾ ਮਤਲਬ ਹੈ ਜੇ ਫੜ ਲਵੇ ਉਹ ਛੱਡਣਾ ਨਹੀਂ ਚਾਹੀਦਾ। ਜਿਵੇਂ ਆ ਮੋਰਚਾ ਹੈ, ਇਹ ਭਾਵੇਂ ਇਕੱਲਾ ਹੀ ਬੰਦਾ ਫੜ ਲਵੇ ਤੇ ਛੱਡੇ ਨਾ ਮੋਰਚੇ ਨੂੰ। ਇਹ ਮੋਰਚਾ ਹੁਣ ਲੱਗ ਗਿਆ। ਇੱਕ ਪਾਸੇ ਮੋਦੀ ਦੀ ਬਾਂਹ, ਇੱਕ ਪਾਸੇ ਸਾਡੀ ਹੈ। ਅਸੀਂ ਇਹਨੂੰ ਬਾਂਹ ਨੂੰ ਫੜ ਲਿਆ। ਹੁਣ ਉਹਨਾਂ ਚਿਰ ਨਹੀਂ ਇਹਦਾ ਖਹਿੜਾ ਛੱਡਣਾ ਜਿੰਨਾ ਚਿਰ ਬਾਂਹ ਇੱਧਰ ਹੋ ਜੂਗੀ ਜਾਂ ਇੱਧਰ ਹੋ ਜੂਗੀ। ਕਿਉਂਕਿ ਇਹ ਸ਼ਕਤੀ ਲੋਕਾਂ ਦੀ ਹੈ, ਇਹ ਸਾਡੀ ਸ਼ਕਤੀ ਨਹੀਂ। ਅਸੀਂ ਅੱਜ ਜਿਹੜੇ ਸ਼ੰਭੂ ਬੈਰੀਅਰ ਤੇ ਬੈਠੇ ਹਾਂ ਕਿਉਂਕਿ ਇਹ ਬੈਠਣ ਦਾ ਕਾਰਨ ਇਹੀ ਹੈ ਕਿ ਅਸੀਂ ਕੋਈ ਅਨਪੜ੍ਹ ਜਾਂ ਸਿਰਫਿਰੇ ਨਹੀਂ, ਜਾਂ ਅਸੀਂ ਘਰੋਂ ਕੱਢੇ ਵੱਡੇ ਨਹੀਂ ਜਿਹੜਾ ਦਿਨ ਰਾਤੀ ਇੱਥੇ ਬੈਠੇ ਹਾਂ। ਕਿਉਂਕਿ ਜਦੋਂ ਕਿਸੇ ਮਿਸ਼ਨ ਨੂੰ ਪ੍ਰਾਪਤ ਕਰਨਾ ਹੋਵੇ ਜਾਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ, ਉਹ ਫਿਰ ਦਿਨ ਨਹੀਂ ਦੇਖੀਦਾ, ਰਾਤ ਨਹੀਂ ਦੇਖੀਦੀ, ਪਰਿਵਾਰ ਨਹੀਂ ਦੇਖੀਦੇ, ਨਾ ਗਿਣਤੀਆਂ ਮਿਣਤੀਆਂ 'ਚ ਪਈਦਾ ਹੈ। ਜਿਹੜੇ ਸ਼ੇਰ ਹੁੰਦੇ ਆ ਜੰਗਲ 'ਚ ਇੱਕ ਹੀ ਹੁੰਦਾ ਹੈ। ਉਹ ਫਿਰ ਸ਼ੇਰ ਦਾ ਫਕਾਰਾ ਸੁਣ ਕੇ ਇਹ ਜਿਹੜੇ ਆਮ ਜਾਨਵਰ ਹੈ ਜਿਹੜੇ ਐਵੇਂ ਚੀਂ ਚੂੰ ਜੀ ਕਰਦੇ ਆ, ਹੁਣ ਫਕਾਰੇ ਫਕੂਰੇ ਤਾਂ ਸਾਰੇ ਵੱਜਦੇ ਆ ਪਰ ਸ਼ੇਰ ਦੇ ਨੇੜੇ ਨਹੀਂ ਆਉਂਦਾ। ਸ਼ੇਰ ਕਹਿਣ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦਾ ਸ਼ੇਰ ਹੈ ਜਿਹਨੇ ਸਦਾ ਹੀ ਬਹੁਤ ਵੱਡੀ ਲੜਾਈ ਲੜੀ ਹੈ। ਕਿਸਾਨਾਂ ਦੀ ਲੜਾਈ ਪਾਰਲੀਮੈਂਟ 'ਚ ਇੱਕੋ ਹੀ ਬੰਦਾ ਜਿਹੜਾ ਪਾਰਲੀਮੈਂਟ 'ਚ ਬੋਲਿਆ, ਜਿਹੜਾ ਕਿਸਾਨਾਂ 'ਤੇ ਬੋਲਿਆ, ਸਵਾਮੀਨਾਥਨ ਕਮਿਸ਼ਨ 'ਤੇ ਬੋਲਿਆ, ਬਾਰਡਰ ਖੋਲ੍ਹਣ 'ਤੇ ਬੋਲਿਆ ਵੀ ਜਿਹੜਾ ਬਾਰਡਰ ਖੋਲ੍ਹੇ ਸਾਡੇ ਖੋਲ੍ਹੋ। ਸਾਡਾ ਕਿਸਾਨਾਂ ਦਾ ਜਿਹੜਾ
ਲੈਣ ਦੇਣ ਆ ਸਾਡਾ ਗਵਾਡਰ ਦੀ ਬੰਦਰਗਾਹ ਜਿਹੜਾ ਕੋਰੀਡੋਰ ਬਣਿਆ ਉਹਦੇ ਨਾਲ ਦਾਈਏ ਸਾਡਾ ਵਪਾਰੀ ਕਿਸਾਨ ਅਸੀਂ ਅਮੀਰ ਹੋ ਸਕਦੇ ਹਾਂ, ਸਾਡੀਆਂ ਫਸਲਾਂ ਨਾ ਰੁਲਣ। ਉੱਥੇ ਪੰਜਾਬੀਆਂ ਦੀ ਗੱਲ ਕੀਤੀ ਹੈ, ਰੂਪਨ ਦਿਓਲ ਬਜਾਬ ਦੀ ਇੱਜ਼ਤ ਨੂੰ ਹੱਥ ਪਾ ਲਿਆ KPS ਗੱਲ ਨੇ, ਮਾਈ ਦਾ ਲਾਲ ਕੋਈ ਬੋਲਿਆ ਨਹੀਂ, ਉਹਦੀ ਗੱਲ ਕੀਤੀ ਹੈ। ਬੇਅੰਤ ਸਿੰਘ ਦਾ ਪੋਤਰਾ ਉਸ ਨੇ ਵੀ ਕੀਤੀ ਹੈ, ਬੀਬੀ ਉਹਦੀ ਇੱਜ਼ਤ ਨੂੰ ਹੱਥ ਪਾ ਲਿਆ, ਉਹਦੀ ਵੀ ਗੱਲ ਮਾਨ ਸਾਹਿਬ ਨੇ ਕੀਤੀ ਹੈ, ਜਿਹਨੂੰ 9 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ। ਕਹਿਣ ਤੋਂ ਬਾਅਦ ਕਸ਼ਮੀਰ ਦੀ ਗੱਲ ਕੀਤੀ ਹੈ, ਪੰਜਾਬੀਅਤ ਦੀ ਗੱਲ, ਪੰਜਾਬੀਆਂ ਦੀ ਗੱਲ ਕੀਤੀ ਹੈ, ਦਰਬਾਰ ਸਾਹਿਬ ਦੇ ਹਮਲੇ ਦੀ ਗੱਲ। ਕਹਿਣ ਤੋਂ ਬਾਅਦ ਉਹਨਾਂ ਨੇ ਸਦਾ ਹੀ ਪਾਰਲੀਮੈਂਟ 'ਚ ਗੱਲ ਕੀਤੀ ਹੈ। ਮੈਨੂੰ ਇੱਕ ਵੀ ਬੰਦਾ ਵਿਖਾਓ ਅੱਜ ਤੱਕ ਮੈਂਬਰ ਆਫ ਪਾਰਲੀਮੈਂਟ ਕਿੰਨੇ ਜਿਤਾ ਕੇ ਭੇਜੇ ਹੈ, ਲਗਾਤਾਰ ਜਿਤਾ ਕੇ ਭੇਜੇ, ਹੁਣ ਵੀ ਜਿੱਤੇ ਹੈ। ਉਹਨਾਂ ਨੇ ਇੱਕ ਵੇਰੀ ਵੀ ਕਿਸਾਨੀ ਦੀ ਗੱਲ ਨਹੀਂ ਕੀਤੀ। ਹੋਰ ਸਿੱਖ ਕੌਮ ਦੀ ਤਾਂ ਇਹਨਾਂ ਦੀ ਗੱਲ ਕੀਤੀ, ਕੀ ਕਰਨੀ ਸੀ। ਅੱਜ ਜਿਹੜਾ ਅਸੀਂ ਬੈਠੇ ਹਾਂ, ਮੋਦੀ ਸਰਕਾਰ ਨੇ ਬੇਲੋੜੇ, ਜਿਹਦੀ ਲੋੜ ਨਹੀਂ ਸੀ, 3 ਆਰਡੀਨੈਂਸ ਜਿਹੜੇ ਜਾਰੀ ਕਰਦੇ। ਕਰੋਨਾ ਮਹਾਮਾਰੀ 'ਚ ਸਾਰੇ ਫਸੇ ਸੀਗੇ, ਨਾ ਕੋਈ ਐਮਰਜੈਂਸੀ ਸੀ। ਇਹਨਾਂ ਨੂੰ ਪਹਿਲਾਂ ਸੈਸ਼ਨ ਬਣਾਉਣਾ ਚਾਹੀਦਾ ਸੀ, ਉਦੋਂ ਪਹਿਲਾਂ ਚੀਫ ਮਿਨਿਸਟਰਾਂ ਦੀ ਰਾਏ ਲੈਣੀ ਚਾਹੀਦੀ, ਭਾਵੇਂ ਲਈ ਹੈ, ਉਹਦੇ ਬਾਰੇ ਵੀ ਮੈਂ ਗੱਲ ਕਰਾਂਗੇ ਥੋੜ੍ਹੀ ਜੀ। ਪਰ ਇਹ ਜਿਹੜਾ ਸਾਰਾ ਕੁਝ ਉਹਨੂੰ ਕਰਨਾ ਚਾਹੀਦਾ ਸੀ, ਫਿਰ ਵਿਚਾਰਨਾ ਚਾਹੀਦਾ, ਕਿਉਂਕਿ ਸਟੇਟ ਦਾ ਸਬਜੈਕਟ ਹੈਗਾ, ਪਰ ਉਹਨੇ ਵਿਚਾਰਿਆ ਹੀ ਕੁਛ ਨਹੀਂ। ਇਹ ਤਾਂ ਕਾਨ ਸਿੰਘ ਵਾਲਾ ਜੀ ਸਾਰੇ ਹੀ ਕਹਿ ਰਹੇ ਨੇ, ਪਰ ਮੈਂ ਤੁਹਾਡੀ ਪਾਰਟੀ ਤੇ ਤਾਂ ਆ ਰਿਹਾ ਕਿਉਂਕਿ ਲੋਕ ਇਹ ਪੁੱਛਣਗੇ ਕਿ ਬਾਕੀਆਂ ਪਾਰਟੀਆਂ ਦੇ ਪ੍ਰਧਾਨ ਸੜਕਾਂ ਤੇ ਨੇ। ਸੁਖਬੀਰ ਸਿੰਘ ਬਾਦਲ ਸੜਕਾਂ ਤੇ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਹ ਵੀ ਵਿਰੋਧ ਕਰਦੇ ਸੜਕਾਂ ਤੇ ਨਜ਼ਰ ਆਉਂਦੇ ਨੇ। ਕੈਪਟਨ ਅਮਰਿੰਦਰ ਸਿੰਘ ਜਿਹੜੇ 31 ਕਿਸਾਨ ਜਥੇਬੰਦੀਆਂ ਨੂੰ ਮਿਲ ਰਹੇ ਨੇ। ਸਿਮਰਨਜੀਤ ਸਿੰਘ ਮਾਨ ਕਿੱਥੇ ਨੇ, ਉਹ ਕਿਉਂ ਨਹੀਂ ਨਜ਼ਰ ਆ ਰਹੇ ਲੋਕਾਂ 'ਚ? ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਿਹਤ ਢਿੱਲੀ ਹੈ, ਉਹਦੇ ਲਈ ਅਮਾਨ ਸਿੰਘ ਮਾਨ ਅੱਜ ਉਹਨਾਂ ਦੇ ਸੁਪੁੱਤਰ ਇੱਥੇ ਹੋ ਕੇ ਗਏ ਆ, ਉਹ ਵੀ ਸੜਕਾਂ ਤੇ ਹੈ, ਅਸੀਂ ਵੀ ਸੜਕਾਂ ਤੇ ਹੈ। 25 ਤਰੀਕ ਨੂੰ ਵੀ ਸੜਕਾਂ ਤੇ ਸੀ, ਧਰਨਿਆਂ 'ਚ ਵੀ ਸੀਗਾ। ਜਦੋਂ ਪੰਜਾਬ ਬੰਦ ਸੀਗਾ ਉਦੋਂ ਵੀ ਮੈਂ ਮਾਨਸਾ ਸੀ, ਮੇਰੀ ਡਿਊਟੀ ਉੱਥੇ ਸਿੱਧੂ ਮੂਸੇਵਾਲਾ ਸੀ, ਅਸੀਂ ਸਾਰੇ ਉੱਥੇ ਕਿਸਾਨੀ ਦੀ ਗੱਲ ਕੀਤੀ ਹੈ। ਤੁਹਾਨੂੰ ਨਹੀਂ ਲੱਗਦਾ ਇਹ ਮੋਰਚਾ ਇਕੱਠਾ ਹੋਣਾ ਚਾਹੀਦਾ? ਕਿਸਾਨਾਂ ਦਾ ਮੋਰਚਾ ਕਿਤੇ ਹੋਰ ਹੈ, ਤੁਸੀਂ ਆਪਣੀ ਪਾਰਟੀ ਵੱਲੋਂ ਮੋਰਚਾ ਲਾ ਕੇ ਬੈਠੇ ਹੋ। ਇੱਕ ਥਾਂ ਤੇ ਇਕਜੁੱਟ ਹੋਵਾਂਗੇ ਤਾਂ ਹੀ ਲੜਿਆ ਜਾ ਸਕਦਾ ਦਿੱਲੀ ਨਾਲ। ਬਿਲਕੁਲ ਲੜਿਆ ਜਾ ਸਕਦਾ ਹੈ, ਇਹ ਗੱਲ ਤੁਹਾਡੀ ਸਿਆਣੀ ਹੈ ਤੇ ਵਾਜਬ ਵੀ ਹੈ ਤੇ ਵਜਨ ਵੀ ਹੈ, ਪਰ ਅਸੀਂ ਤਾਂ ਕਹਿੰਦੇ ਇਕੱਠੇ ਹੋਵੋ। ਕਿਉਂਕਿ ਆਹ ਜਿਹੜਾ ਮੋਰਚਾ ਪਹਿਲਾਂ ਲੱਗਿਆ ਨਾ, ਅਸਲ ਤੁਸੀਂ ਦੇਖੋ ਮੋਦੀ ਨੇ ਬੇਲੋੜੇ ਬਿੱਲ ਲਾਤੇ, ਹਰਸਿਮਰਤ ਬੋਲੀ ਨਹੀਂ, ਕੋਈ ਵੀ ਬੋਲਿਆ ਨਹੀਂ ਉਹਦੇ ਤੇ। ਜਦੋਂ ਲੱਗ ਗਿਆ ਲੋਕ ਸੜਕਾਂ ਤੇ ਆ ਕੇ ਪਹਿਲਾਂ ਉਹਦੇ ਹੱਕ 'ਚ ਬੋਲੀ ਜਾਂ ਵਿਰੋਧ ਕਰਦੇ। ਪਹਿਲਾਂ ਹੁਣ ਜਦੋਂ ਆਰਡੀਨੈਂਸ ਕਾਨੂੰਨ ਬਣ ਗਿਆ, ਰਾਜ ਸਭਾ ਨੇ ਪਾਸ ਕਰ ਕਰਤਾ, ਲੋਕ ਸਭਾ 'ਚ ਹੋ ਗਿਆ, ਹੁਣ ਰਾਸ਼ਟਰਪਤੀ ਕੋਲ ਚੱਲਿਆ ਗਿਆ। ਹੁਣ ਸਾਨੂੰ ਪਿੰਡਾਂ 'ਚ ਕੀ ਮਿਲੂਗਾ? ਨਾ ਪਿੰਡਾਂ ਦੇ ਸੜਕਾਂ ਤੇ ਬੈਠਣ ਦਾ ਕੋਈ ਫਾਇਦਾ ਨਹੀਂ, ਰੇਲਾਂ ਤੇ ਬੈਠਣ ਦਾ ਕੋਈ ਫਾਇਦਾ ਨਹੀਂ। ਰੇਲਾਂ ਤਾਂ ਵੈਸੇ ਹੀ ਬੰਦ ਹੈ, ਰੇਲਾਂ ਤਾਂ ਜਾ ਹੀ ਨਹੀਂ ਰਹੀਆਂ। ਉਹ ਤਾਂ ਬੰਦ ਕਰਾਈਆਂ ਗਈਆਂ ਨੇ ਨਾ, ਆਮ ਦੂਜੀਆਂ ਰੇਲਾਂ ਤਾਂ ਚੱਲਦੀਆਂ ਵਿੱਚ ਵੀਰ ਜੀ ਉਹ ਬੰਦ ਹੈ, ਮਾਲ ਗੱਡੀਆਂ ਹੀ ਆ ਰਹੀਆਂ, ਦੂਜੀਆਂ ਬਹੁਤ ਘੱਟ ਆ ਰਹੀਆਂ, ਤੁਹਾਨੂੰ ਇਹ ਪਤਾ ਹੀ ਹੈ ਸਾਰਾ। ਪਰ ਇਹ ਜਿਹੜਾ ਹੁਣ ਕੀ ਰਹਿ ਗਿਆ ਹੈ, ਸਾਡੀ ਲੜਾਈ ਹੁਣ ਦਿੱਲੀ ਦੇ ਨਾਲ ਹੈ। ਇੱਥੋਂ 1 ਕਿਲੋਮੀਟਰ ਤੇ ਹਰਿਆਣਾ ਸ਼ੁਰੂ ਹੈ, ਇੱਥੇ ਖੱਟੜ ਦੀ ਸਰਕਾਰ ਹੈ। ਖੱਟੜ ਦੀ ਸਰਕਾਰ ਮੀਨਿੰਗ ਮੋਦੀ ਦੀ ਸਰਕਾਰ, BJP ਤੇ RSS ਦੀ ਸਰਕਾਰ। ਇਹ ਸਰਕਾਰ ਆ ਜਿਹੜੀ ਇਹਨੇ ਆਰਡੀਨੈਂਸਾਂ ਦੇ ਨਾਲ ਦੀ ਨਾਲ ਹੱਕ 'ਚ ਪਾਤਾ। ਸਭ ਤੋਂ ਪਹਿਲਾਂ ਇਹ ਬੋਲਿਆ ਤੇ ਕਿ ਮੈਂ ਉਸ ਆਰਡੀਨੈਂਸ ਨੂੰ ਮੰਨਦਾ, ਤੇ ਸਾਨੂੰ ਇਸ ਥਾਂ ਤੇ ਹੁਣ ਬੈਠਣਾ ਚਾਹੀਦਾ, ਕਿਉਂਕਿ ਮੋਦੀ ਨੇ ਚੁੱਪ ਚਪੀਤੇ ਜਿਹੜੇ ਬਿੱਲ ਲਾਗੂ ਕਰਤੇ ਆ, ਕਾਨੂੰਨ ਬਣਾ ਦਿੱਤਾ ਹੈ, ਉਹਨੇ ਚੁੱਪ ਚਪੀਤੇ ਕੀਤਾ ਨਾ। ਸਾਨੂੰ ਸਾਰਿਆਂ ਨੂੰ ਚੁੱਪ ਚਪੀਤੇ ਸੜਕਾਂ ਤੇ ਬੈਠ ਜਾਣਾ ਚਾਹੀਦਾ, ਧਰਨਾ ਚੱਲ ਇੱਥੇ ਲਾ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਥੇ ਆ ਕੇ, ਕਿਉਂਕਿ ਦੁਸ਼ਮਣਤੀ ਸਾਡੀ ਦਿੱਲੀ ਹੈ। ਦਿੱਲੀ ਸਾਨੂੰ ਮਾਰਦੀ ਹੈ, ਦਿੱਲੀ ਸਾਡਾ ਦਰਬਾਰ ਸਾਹਿਬ ਢਾਉਂਦੀ ਹੈ, ਦਿੱਲੀ ਗਲਾਂ 'ਚ ਟਾਇਰ ਪਾਉਂਦੀ ਹੈ, ਦਿੱਲੀ ਸਾਡੇ ਹੈਡਵਰਕਸ ਖੋਂਦੀ ਹੈ, ਦਿੱਲੀ ਪਾਣੀ ਖੋਂਦੀ ਹੈ, ਦਿੱਲੀ ਪੰਜਾਬੀ ਬੋਲਦੇ ਇਲਾਕੇ ਖੋਂਦੀ ਹੈ, ਦਿੱਲੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਨਾਲ ਰਲ ਕੇ ਸਾਡੀ SYL ਤੇ ਹਮਲਾ ਕਰਦੀ ਹੈ, ਦਿੱਲੀ ਸਾਰਾ ਕਰਦੀ ਹੈ। ਦਿੱਲੀ ਨੇ ਆਰਡੀਨੈਂਸ ਕੀਤੀ ਹੈ, ਦਿੱਲੀ ਸਾਨੂੰ ਮਾਰਨਾ ਚਾਹੁੰਦੀ ਹੈ। ਦਿੱਲੀ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਨੂੰ ਖਤਮ ਕਰਦੀ ਹੈ, ਕਸ਼ਮੀਰ 'ਚ ਵੀ ਖਤਮ ਕਰਦੀ ਹੈ, ਰਾਜਸਥਾਨ ਵੀ ਖਤਮ ਕਰਦੀ ਹੈ, ਸਾਡੇ ਤੇ ਸੰਸਕ੍ਰਿਤ ਲਾਉਂਦੀ ਹੈ, ਤੇ ਦਿੱਲੀ ਸਾਡੇ ਉੱਤੇ ਸਾਰਾ ਕੁਝ ਕਰਦੀ ਹੈ। ਤੇ ਦਿੱਲੀ ਜਾਣ ਦਾ ਹੋਰ ਕੋਈ ਤਰੀਕਾ ਨਹੀਂ ਹੈਗਾ? ਇੱਥੇ ਬੈਠਿਆਂ ਤੋਂ ਲੱਗਦਾ ਕਿ ਮੋਰਚਾ ਸਫਲ ਹੋ ਜਾਏਗਾ? ਇੱਥੇ ਬੈਠਣ 'ਚ ਬਹੁਤ ਵੱਡੀ ਸ਼ਕਤੀ ਹੈ। ਜਦੋਂ ਤਾਂ ਅਸੀਂ ਬੈਠਾਂਗੇ, ਇੱਥੋਂ ਰਣਨੀਤੀ ਲਾਵਾਂਗੇ, ਅਸੀਂ ਸੜਕ ਵੀ ਰੋਕ ਸਕਦੇ ਹਾਂ, ਅਸੀਂ ਮੁਜ਼ਾਹਰਾ ਵੀ ਕਰ ਸਕਦੇ ਹਾਂ, ਅਸੀਂ ਦਿੱਲੀ ਨੂੰ ਵੀ ਜਾ ਸਕਦੇ ਹਾਂ। ਕਿਉਂਕਿ ਇਹ ਜਦੋਂ ਇਕਮੁੱਠ ਹੋ ਕੇ ਤੁਰਾਂਗੇ, ਕਿਉਂਕਿ ਪਿੱਛੇ ਜੇ ਆਪਣੇ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ, ਸੈਸ਼ਨ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ, ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ, ਰਾਸ਼ਟਰਪਤੀ ਨੇ ਫਾਂਸੀ ਦੀ ਸੁਣਾ ਦਿੱਤੀ ਰਾਜੋਆਣਾ ਸਾਹਿਬ ਨੂੰ, ਦਵਿੰਦਰਪਾਲ ਭੁੱਲਰ ਨੂੰ। ਤੇ ਸਾਡੇ ਜਥੇਦਾਰ ਜੀ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਜੀ ਰਾਜੋਆਣਾ ਸਾਹਿਬ ਤੁਸੀਂ ਤਿਆਰ ਹੋ, ਅੰਮ੍ਰਿਤ ਵੀ ਛਕਾਊਂਗਾ, ਕਸ਼ਹਿਰਾ ਵੀ ਤੇ ਕੇਸਰੀ, ਤੁਹਾਡੇ ਪੱਗ ਵੀ ਬਣਾ ਦੇਣਾ, ਤੁਹਾਨੂੰ ਸ੍ਰੀ ਸਾਹਿਬ ਵੀ ਵਧੀਆ ਪਵਾ ਦੇਣਾ, ਤੇ ਕਹਿੰਦੇ ਚੜ ਜਾ ਸ਼ੇਰਾ ਸੋਲੀ ਰੱਬ ਭਲੂ ਕਰੂਗਾ।
ਤੇ ਫਿਰ ਅਸੀਂ ਆਖਿਆ ਵੀ ਸਿੱਖ ਐ ਸਿਰ ਥੋੜੀ ਨੀਵਾਂ ਕਰਦੇ ਆ, ਸਿੱਖ ਲੜਦੇ ਆ। ਅਸੀਂ ਫਿਰ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ, ਅਸੀਂ ਲੁਧਿਆਣੇ ਇਕੱਠੇ ਹੋ ਕੇ ਅਸੀਂ ਆਵਾਜ਼ ਦਿੱਤੀ, ਅਸੀਂ ਫਾਂਸੀ ਨਹੀਂ ਲੱਗਣ ਦੇਵਾਂਗੇ। ਅਸੀਂ ਸੜਕਾਂ ਤੇ ਆਏ, ਸਾਨੂੰ ਦਿੱਲੀ ਜਾਣ ਦੀ ਲੋੜ ਹੀ ਨਹੀਂ ਪਈ। ਅਸੀਂ ਜਦੋਂ ਸੜਕਾਂ ਤੇ ਆਏ, ਪੰਜਾਬ ਝੰਡੀਆਂ ਨਾਲ ਭਰ ਗਿਆ। ਤੇ ਫਿਰ ਕੁਝ ਲੋਕ ਉਦੋਂ ਵਿਰੋਧ ਵੀ ਕਰਦੇ ਸੀ, ਕਾਂਗਰਸ ਸਾਰਾ ਵਿਰੋਧ ਕਰਦੀ ਸੀ, ਆਪਣੇ ਇਹ ਜਿਹੜੇ ਬੇਅੰਤ ਸਿੰਘ ਦਾ ਬੁੱਚੜ ਦਾ ਪਰਿਵਾਰ ਉਹ ਵੀ ਵਿਰੋਧ ਕਰਦਾ ਸੀਗਾ, ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਕੁਝ ਵਿਰੋਧ ਕਰਦੀਆਂ ਸੀ। ਉਸ ਵੇਲੇ ਸਾਰਾ ਆ ਗਿਆ ਤੇ ਸਾਨੂੰ ਜੇਲ੍ਹ 'ਚ ਫੜ ਲਿਆ। ਫਿਰ ਹੀ ਅਗਲੇ ਦਿਨ ਕਿਹਾ ਅਸੀਂ ਜੇਲ੍ਹਾਂ ਨੂੰ ਪਾਵਾਂਗੇ, ਜੇਲ੍ਹਾਂ ਨੂੰ ਘੇਰਾਂਗੇ। ਤੇ ਅਗਲੇ ਦਿਨ ਇਹ ਸੁਣਵਾਈ ਹੋ ਗਈ, ਫਾਂਸੀ ਰੁਕ ਗਈ। ਇਹ ਆਰਡੀਨੈਂਸ ਵੀ ਜੇ ਸਿੱਖ ਇੱਥੇ ਇਕੱਠੇ ਹੋ ਜਾਣ, ਬਹਿ ਜਾਣ, ਜਿਵੇਂ ਉਹਨੇ ਠੱਪ ਕਰਤਾ ਅਸੀਂ ਵੀ ਠੱਪ ਕਰ ਦਈਏ। ਘੱਟ ਨੁਕਸਾਨ ਕਰਾਇਆ, ਘੱਟ ਕੌਮ ਦਾ ਨੁਕਸਾਨ ਕਰਾਇਆ, ਇਹ ਬਿੱਲ ਨੂੰ ਵਾਪਸ ਲੈਣੇ ਪੈ ਸਕਦੇ ਆ। ਇਹ ਹੁਣ ਬਿੱਲ ਰਾਸ਼ਟਰਪਤੀ ਨੂੰ ਇਹਦੇ ਤੇ ਮੁੜ ਵਿਚਾਰ ਕਰਨਾ ਚਾਹੀਦਾ। ਤੇ ਦੂਜੇ ਪਾਸੇ ਜਿਹੜੀ ਸੁਪਰੀਮ ਕੋਰਟ ਹੈ ਉਹ ਸਾਡੇ ਨਾਲ ਬਹੁਤ ਵੱਡਾ ਵਿਤਕਰਾ ਕਰ ਰਹੀ ਹੈ। ਤੁਸੀਂ ਜਦੋਂ ਇੱਕ ਰਾਮਦੇਵ ਸੀ, ਇੱਕ ਹੱਡੀਆਂ ਪੀਣ ਵਾਲਾ ਬੰਦਾ ਜਿਹੜਾ ਬੀਜੇਪੀ ਆਰਐਸਐਸ ਦਾ ਪ੍ਰਚਾਰਕ ਸੀਗਾ, ਉਹ ਜਿਹੜੀਆਂ ਸਾਨੂੰ ਦਵਾਈਆਂ ਪਾ ਕੇ ਸਾਡੇ ਪੰਬਲ ਭੂਸੇ ਪਾਈ ਫਿਰਦਾ ਸਾਨੂੰ ਸਾਰਿਆਂ ਨੂੰ, ਤੇ ਕਹਿੰਦਾ ਜੀ ਮੇਰੀਆਂ ਦਵਾਈਆਂ ਜੇ ਤੁਸੀਂ ਖਾ ਲਓਗੇ ਤੇ ਬੰਦਾ ਬੁੱਢਾ ਨਹੀਂ ਹੁੰਦਾ, ਤੇ ਆਪ ਏਮਜ਼ ਹਸਪਤਾਲ 'ਚ ਦਾਖਲ ਫਿਰਦਾ, ਆਪਦੀ ਦਵਾਈ ਤਾਂ ਉਹ ਖਾ ਹੀ ਨਹੀਂ ਸਕਦਾਗਾ। ਉਹ ਦਿੱਲੀ 'ਚ ਉਹਨੇ ਧਰਨਾ ਲਾਇਆ ਤੇ ਪੁਲਿਸ ਨੇ ਦਿੱਲੀ ਨੇ ਬਛਾੜ ਕਰਤੀ। ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ। ਬਹੁਤ ਮਾੜੀ ਸ਼ਰਮ ਆਈ, ਸਾਰੇ ਇੰਡੀਆ ਸ਼ਰਮ ਆਈ, ਬੰਦਾ ਇਹ ਭੱਜ ਗਿਆ। ਤੇ ਤੜਕੇ ਹਾਈ ਕੋਰਟ ਨੇ ਸੂਓ ਮੋਟੋ ਲੈ ਲਿਆ ਤੇ ਡੀਸੀਪੀ ਨੂੰ ਸੱਦ ਲਿਆ ਵੀ ਇਹਦੇ ਕਿਉਂ ਕੀਤਾ, ਅੱਗੇ ਵਾਰਨਿੰਗ ਦਿੱਤੀ। ਲੋ ਹੁਣ ਲੋਕ ਸੜਕਾਂ ਤੇ ਆ ਗਏ ਆ, ਕਿਉਂਕਿ ਕਾਨੂੰਨ ਹੈ, ਸਰਕਾਰ ਲੋਕਾਂ ਨੇ ਬਣਾਈ ਹੈ। ਵੀ ਆਰ ਦਾ ਪੀਪਲ ਆਫ ਦ ਇੰਡੀਆ। ਇਹ ਲੋਕਾਂ ਨੇ ਸਰਕਾਰ ਬਣਾਤੀ ਹੈ। ਜਦੋਂ ਇਹ ਸਰਕਾਰ ਲੋਕਾਂ ਨੇ ਬਣਾਤੀ ਤੇ ਲੋਕ ਨਹੀਂ ਚਾਹੁੰਦੇ ਕਿ ਆਰਡੀਨੈਂਸ ਜਾਰੀ ਨਾ ਹੋਵੇ। ਜਿਨ੍ਹਾਂ ਨੇ ਬਣਾਈ ਉਹ ਕਹਿੰਦੇ ਅਸੀਂ ਚਾਹੁੰਦੇ ਨਹੀਂ। ਇਸੇ ਤਰੀਕੇ ਲੋਕ ਕੋ ਫਾਂਸੀ ਨਹੀਂ ਚਾਹੁੰਦੇ ਸੀ। ਤੇ ਹੁਣ ਸੁਪਰੀਮ ਕੋਰਟ ਨੇ ਇਹਨੂੰ ਵੇਖ ਕੇ ਵੀ ਕਿਤੇ ਬਲੱਡ ਸ਼ੈੱਡ ਨਾ ਹੋਵੇ, ਕਿਸਾਨ ਨਾ ਮਾਰਿਆ ਜਾਵੇ, ਇਹ ਕੋਈ ਖਾਨਾ ਜੰਗੀ ਨਾ ਛਿੜ ਜਾਵੇ, ਤੇ ਸੁਪਰੀਮ ਕੋਰਟ ਨੂੰ ਸੋ ਮੋਟੋ ਲੈ ਕੇ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ। ਫਿਰ ਸੁਪਰੀਮ ਕੋਰਟ ਬੋਲ ਹੀ ਨਹੀਂ ਰਹੀ। ਇਸ ਕਰਕੇ ਅਸੀਂ ਜਿੱਥੇ ਰਾਸ਼ਟਰਪਤੀ ਨੂੰ ਕਹਿੰਦੇ ਆ ਕਿ ਇਸ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ, ਉੱਥੇ ਅਸੀਂ ਰੰਜਨ ਲਖਨਪਾਲ ਨਾਲ ਅਮਾਨ ਸਿੰਘ ਮਾਨ ਗੱਲ ਕਰਕੇ ਆਏ। ਅਸੀਂ ਕਾਨੂੰਨੀ ਚਾਰਾਜੋਰੀ ਵੀ ਕਰਾਂਗੇ। ਇਹ ਜਿੰਨਾ ਚਿਰ ਅਸੀਂ ਇਹਦੀ ਲੜਾਈ ਕਾਨੂੰਨੀ ਤੇ ਪ੍ਰੈਸ਼ਰ ਦੀ ਲੜਾਈ ਨਹੀਂ ਲੜਦੇ, ਉਹਨਾਂ ਚਿਰ ਇਹ ਹੱਲ ਨਹੀਂ ਹੋਣਾ। ਪਰ ਮੈਂ ਕਿਸਾਨ ਯੂਨੀਅਨ ਦੇ ਵੀਰਾਂ ਨੂੰ ਵੀ ਕਹਿਣਾ ਕਿ ਸ਼ੰਭੂ ਆ ਜਾਓ, ਤੁਸੀਂ ਆ ਵੀ ਜਾਣਾ। ਅਸੀਂ ਮੋਰਚਾ ਲਾਤਾ, ਸਾਰੇ ਆ ਜਾਣਗੇ। ਜਿਵੇਂ ਪ੍ਰਵਾਸੀ ਪੰਛੀ ਨਹੀਂ ਆਉਂਦੇ, ਉਹ ਆਉਣਗੇ। ਤੁਸੀਂ ਵੇਖ ਲਓ, ਇੱਕ ਦੋ ਦਿਨਾਂ 'ਚ ਧਰਨਾ ਇੱਕ ਹੋਰ ਲੱਗ ਜਾਣਾ, ਇੱਕ ਹੋਰ ਲੱਗ ਜਾਣਾ, ਕਿਉਂਕਿ ਅਸੀਂ ਸਿੰਘੀ ਤੇ ਬੈਠੇ ਹਾਂ ਜਿੱਥੋਂ ਹੋਣਾ। ਕਿਉਂਕਿ ਬੰਦੇ ਨੂੰ ਚੁੰਡੀ ਉੱਥੇ ਵੱਡੇ ਨਹੀਂ ਚਾਹੀਦੇ ਜਦੋਂ ਪੀੜ ਲੱਗਦੀ ਹੈ। ਇੱਥੋਂ ਦਿੱਲੀ ਨੂੰ ਇਸ ਬਾਰਡਰ ਤੋਂ ਥੋੜਾ ਜਿਹਾ ਅਸਰ ਹੋਣਾ। ਪਰ ਜਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ 3 ਤਖ਼ਤਾਂ ਤੋਂ ਲੈ ਕੇ ਚੰਡੀਗੜ੍ਹ ਤੱਕ ਕੂਚ ਕੀਤਾ ਹੋਇਆ, ਉਹਨੂੰ ਕਿੱਦਾਂ ਦੇਖਦੇ ਹੋ? ਅਕਾਲੀ ਦਲ ਵਾਲੇ ਵੀ ਤਾਂ ਕਹਿੰਦੇ ਨੇ ਨਾ ਕਿ ਅਸੀਂ ਵੀ ਪ੍ਰੈਸ਼ਰ ਬਣਾ ਰਹੇ ਹਾਂ, ਅਸਤੀਫਾ ਅਸੀਂ ਦੇ ਦਿੱਤਾ, ਐਨਡੀਏ ਦੀ ਭਾਈਵਾਲੀ ਅਸੀਂ ਛੱਡਤੀ, ਅਸੀਂ ਵੀ ਪ੍ਰੈਸ਼ਰ ਬਣਾ ਰਹੇ ਹਾਂ। ਉਹ ਪ੍ਰੈਸ਼ਰ ਨਹੀਂ ਬਣਦਾ? ਨੋ ਪ੍ਰੈਸ਼ਰ ਕਰਦਾ, ਉਹ ਤਾਂ ਫਰੇਬ ਹੈ। ਉਹਨਾਂ ਨੇ ਜਿਹੜਾ ਰਿਜ਼ਾਈਨ ਦਿੱਤਾ ਹੈ, ਇੱਕ ਫਰੇਬ ਕੀਤਾ ਹੋਇਆ। ਫਰੇਬ ਕਿਵੇਂ ਕੀਤਾ? ਤੁਸੀਂ ਪਿਛਲੇ ਵਾਰੀ ਹਰਿਆਣੇ 'ਚ ਚੋਣਾਂ ਆ ਗਈਆਂ ਸੀ ਤੇ ਬਾਦਲ ਨੇ ਮੰਗੀ ਟਿਕਟਾਂ ਕਿ ਸਾਨੂੰ ਦੇ ਦਿਓ, ਉਹਨਾਂ ਨੇ ਕਦੇ ਨਾਤਾ ਕਹਿੰਦੇ ਟੁੱਟ ਗਿਆ। ਉਹ ਲੜ ਜੁੜ ਕੇ ਚਟਾਲਿਆਂ ਨਾਲ ਤੇ ਬੇੜਾ ਗਰਕ ਹੋ ਗਿਆ। ਨਾ ਉਹਨਾਂ ਨੂੰ ਮਿਲੀ, ਇੱਕ ਸੀਟੀ ਮਿਲੀ ਬਾਦਲ ਦਾ ਫਾਤਾ ਸਾਹਿਬ। ਉਸ ਤੋਂ ਬਾਅਦ ਦਸ਼ੰਤ ਚਟਾਲਾ ਉਹਨਾਂ ਦਾ ਪਰਿਵਾਰਕ ਕਰਕੇ ਉਹਨਾਂ ਨੂੰ ਕੁਝ ਸੀਟਾਂ ਮਿਲ ਗਈਆਂ। ਪਰ ਬਾਦਲ ਨਾਲ ਉਹਦੀ ਵੀ ਸੰਧੀ ਸੀ। ਦਸ਼ੰਤ ਚਟਾਲੇ ਨੂੰ ਕਾਂਗਰਸ ਨੂੰ ਜਾਂਦਾ ਸੀ, ਕਾਂਗਰਸ ਤੋਂ ਮੋੜ ਕੇ ਬੀਜੇਪੀ ਨੇ ਮਾਰ ਕੇ ਉਹਦੀ ਸਰਕਾਰ ਬਣਾਤੀ। ਹੁਣ ਵੀ ਇਹ ਕੀ ਕਰਨਗੇ? ਕਿਉਂਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਨੇ ਬੇਅਦਬੀ ਕੀਤੀ ਹੈ। ਇਹ ਬਗਰਾੜੀ ਦੇ ਵਿੱਚ ਵੀ ਬੇਅਦਬੀ ਕੀਤੀ ਹੈ। ਸਰਸੇ ਵਾਲੇ ਸਾਧ ਨੂੰ ਨਾ ਜਸਟਿਸ ਜੋਰਾ ਸਿੰਘ ਨੇ ਕੀਤਾ, ਨਾ ਸੀਬੀਆਈ ਨੇ ਕੀਤਾ। ਸਿੱਖਾਂ ਨੂੰ ਕੁੱਟਾ, ਸਿੱਖਾਂ ਨੂੰ ਅੰਦਰ ਸਰਸੇ ਵਾਲੇ ਸਾਧ ਦੀ ਮਦਦ ਕੀਤੀ। ਹੁਣ ਵੀ 328 ਜਿਹੜੀ ਸਰੂਪ ਆ ਗੁਰੂ ਦੇ ਚੋਰੀ ਹੋ ਗਿਆ, ਕਿਉਂਕਿ ਉਹਦਾ ਵੀ ਭਾਗੀਦਾਰ ਬਾਦਲ ਹੈ। ਕਿਉਂਕਿ ਜਥੇਦਾਰ ਵੀ ਲਿਫਾਫੇ 'ਚੋਂ ਨਿਕਲਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ, ਅੰਤਰ ਕਮੇਟੀ ਵੀ ਉਹ ਲਿਫਾਫੇ 'ਚੋਂ ਨਿਕਲਦੀ ਹੈ। ਜਦੋਂ ਸਾਰਾ ਕੁਝ ਲਿਫਾਫੇ 'ਚ ਮਿਲਦਾ, ਹੁਣ ਤਖਤਾਂ ਤੋਂ, ਕਿਉਂਕਿ ਇਹ ਨਾਤਾ ਤੋੜਿਆ ਫਰੇਬੀ, ਹੁਣ ਤਖਤਾਂ ਤੋਂ ਜਿਹੜਾ ਮਾਰਚ ਕਰਦਾ ਉਹ ਪੰਥ ਨੂੰ ਜਵਾਬ ਤਾਂ ਦੇਵੇ। ਗੁਰੂ ਗ੍ਰੰਥ ਸਾਹਿਬ ਕਿੱਥੇ ਗਏ ਨੇ? ਫਿਰ ਤਖਤਾਂ ਤੇ, ਤਖਤ ਤੇ ਕੋਈ ਵੀ ਬੰਦਾ ਜਾ ਸਕਦਾ, ਉੱਥੋਂ ਤੁਸੀਂ ਨਹੀਂ ਰੋਕ ਸਕਦੇ ਉਹਨੂੰ। ਮੈਂ ਜਾ ਸਕਦਾ, ਪਰ ਤਖਤਾਂ ਦਾ ਫਰੇਬ ਕਰਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਿਹਾ। ਇਸ ਕਰਕੇ ਉਹ ਨਾ ਤਾਂ ਤਖਤ ਦੇ ਜਾਣ ਦੇ ਅਖਲਾਕੀ ਤੌਰ ਤੇ ਤਖਤ ਨਹੀਂ ਜਾਂਦਾ, ਪਹਿਲਾਂ ਪੰਥ ਨੂੰ ਜਵਾਬ ਦੇਵੇ। 328 ਸਰੂਪ ਕਿੱਥੇ ਗਏ? 450 ਸਰੂਪ ਜਿਹੜੇ ਕੈਨੇਡਾ ਗਏ ਆ, ਉਹ ਦੱਸੇ ਕਿੱਥੇ ਆ? ਉਹ ਸਰੂਪ ਜਦੋਂ ਗੁਰੂ ਸਾਹਿਬ ਇੱਥੋਂ ਗਏ ਆ, ਉਹ ਜਹਾਜ਼ ਦਾ ਟਾਈਮ ਸੀ ਸ਼ਿਪ ਦਾ, ਕਿੰਨੇ ਵਜੇ ਜਾਣਾ, ਉੱਥੋਂ ਕਮੇਟੀ ਕਿਉਂ ਨਹੀਂ ਆਈ? ਉਹ ਤਾਂ ਸਵਾਗਤ ਕਿਉਂ ਨਹੀਂ ਕੀਤਾ? ਪਤਾ ਕਿਉਂ ਨਹੀਂ ਕੀਤਾ? ਸੁਖਬੀਰ ਬਾਦਲ ਨੇ ਉੱਥੇ ਜਾਣਾ ਸੀ, ਉਹ ਗੁਰੂ ਸਾਹਿਬ ਦੇ ਅੱਗੇ ਲੱਗਣਾ ਸੀ ਉਹਨਾਂ ਨੇ। ਕਿਉਂਕਿ ਲੋਕਡਾਊਨ ਲੱਗ ਗਿਆ, ਜਹਾਜ਼ ਜਾਣੋਂ ਬੰਦ ਹੋ ਗਏ
ਤੇ ਇਸ ਕਰਕੇ ਉਹ ਗਿਆ ਨਹੀਂ, ਉਹਨਾਂ ਨੇ ਗੁਰੂ ਸਾਹਿਬ ਨੂੰ ਛੱਡਦੇ ਕਿ ਉਹਨੂੰ ਸੁਖਬੀਰ ਦਾ ਡਰ ਸੀ, ਗੁਰੂ ਦਾ ਨਹੀਂ ਡਰ ਸੀ। ਇਹਦਾ ਵੀ ਭਾਗੀਦਾਰ ਇਹ ਹੈ। ਤੇ ਦੂਜੇ ਪਾਸੇ ਜਿਹੜੀ ਪੈਨ ਡਰਾਈਵ 'ਚ ਪਾ ਕੇ ਗੁਰੂ ਸਾਹਿਬ ਉੱਥੇ ਭੇਜੇ, ਕਿਹਨੇ ਭੇਜੇ ਹੈ? ਰੂਪ ਸਿੰਘ ਨੇ ਭੇਜੇ ਹੈ ਤੇ ਚਾਵਲੇ ਮਹਿਤਾ ਸਾਹਿਬ ਨੇ ਭੇਜੇ ਹੈ, ਉਹਦਾ ਵੀ ਪੰਥ ਜਵਾਬ ਦੇਵੇ। ਇਹ ਸਾਰੀਆਂ ਗੱਲਾਂ ਸੋਚਣ ਵਿਚਾਰਨ ਵਾਲੀਆਂ। ਇਹ ਪੰਥ ਸੁਖਬੀਰ ਬਾਦਲ ਦਾ ਥਾਂ ਥਾਂ ਤੇ ਵਿਰੋਧ ਹੋਣਾ ਚਾਹੀਦਾ, ਇਹਨੂੰ ਪਿੰਡਾਂ 'ਚ ਵੰਡਣਾ ਚਾਹੀਦਾ। ਤੇ ਰਿਲਾਇੰਸ ਦੇ ਜਿੰਨੇ ਪੰਪ ਉਹਨਾਂ ਦੇ ਤੋਂ ਕੋਈ ਚੀਜ਼ ਨਾ ਖਰੀਦੋ। ਕੈਪਟਨ ਸਰਕਾਰ ਨੂੰ ਇਸ ਸਭ ਦੇ ਵਿੱਚ ਕਿੱਦਾਂ ਦੇਖਦੇ ਹੋ? ਉਹਨਾਂ ਨੂੰ ਕੱਢਦੇ ਹੋ ਤੋਂ ਬਾਹਰ, ਕਿਉਂਕਿ ਕੈਪਟਨ ਸਰਕਾਰ ਜਿਹੜੀ ਕਿਸਾਨਾਂ ਨੂੰ 31 ਕਿਸਾਨ ਜਥੇਬੰਦੀਆਂ ਉਹਨਾਂ ਨਾਲ ਗੱਲਬਾਤ ਕਰ ਲਈ, ਕਹਿੰਦੇ ਅਸੀਂ ਜਿਹੜਾ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕਰਨ ਜਾ ਰਹੇ ਹਾਂ, ਉਹ ਸਾਰਾ ਕੁਝ ਕਰਨ ਜਾ ਰਹੇ ਨੇ। ਕੈਪਟਨ ਸਰਕਾਰ ਤਾਂ ਵਿਰੋਧ ਵੀ ਕਰਦੀ ਹੈ ਇਸ ਚੀਜ਼ ਦਾ ਕਿ ਕਾਨੂੰਨ ਜਿਹੜਾ ਪੰਜਾਬ 'ਚ ਪਾਸ ਨਹੀਂ ਹੋਣਾ ਚਾਹੀਦਾ, ਪਰ ਅਕਾਲੀ ਦਲ ਜਿਹੜਾ ਉਹਨਾਂ ਨੂੰ ਘੇਰਦਾ। ਤੁਹਾਡੀ ਪਾਰਟੀ ਕੀ ਕਹਿੰਦੀ ਹੈ? 31 ਜਥੇਬੰਦੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਨਹੀਂ ਚਾਹੀਦਾ ਸੀ। ਹੋਰ ਕਿਹਨੂੰ? ਇਹ ਤਾਂ ਸਿਆਸਤ ਖੇਡੀ ਨੇ। ਕੈਪਟਨ ਦੇ ਕੀ ਵਸ ਆ ਜੀ? ਕੈਪਟਨ ਬਿੱਲ ਮਾਫ ਕਰਾ ਦੂਗਾ? ਇਹਨੇ ਤਾਂ ਵਿਧਾਨ ਸਭਾ 'ਚ ਮਤਾ ਹੀ ਨਹੀਂ ਪਾਸ ਕੀਤਾ। ਵਿਧਾਨ ਸਭਾ 'ਚ ਮਤਾ ਪਾਸ ਕਰਦਾ ਕਿ ਮੈਂ ਇਸ ਬਿੱਲ ਨੂੰ ਰੱਦ ਕਰਦਾ, ਕੇਜਰੀਵਾਲ ਮਤਾ ਪਾਸ ਕਰਦਾ ਕਿ ਬਿੱਲ ਨੂੰ ਰੱਦ ਕਰਦਾ, ਰਾਜਸਥਾਨ ਪਾਸ ਕਰਦਾ, ਵਿਰੋਧੀ ਸਰਕਾਰਾਂ ਕੇ ਮਤਾ ਪਾਸ ਕਰਦਾ। ਇਹਨਾਂ ਤਾਂ ਪਾਸ ਹੀ ਨਹੀਂ ਕੀਤਾ। ਅਸੀਂ ਵਿਧਾਨ ਸਭਾ ਅੱਗੇ ਗਏ ਸੀ ਜਦੋਂ ਸੈਸ਼ਨ ਸੀ, ਅਮਾਨ ਸਿੰਘ ਮਾਨ ਤੇ ਵਰਿੰਦਰ ਸਿੰਘ ਅਸੀਂ ਜਾ ਕੇ ਕਰੋਨਾ ਉਹਨੂੰ ਚਿੱਠਾ ਦਿੱਤਾ ਸੀ ਕਿ ਭਾਈ ਇਹਨੂੰ ਰੱਦ ਕਰ। ਉਹਦੇ 'ਚ ਅਫਸੋਸ ਤਾਂ ਕਰ ਲਿਆ। ਅਫਸੋਸ ਤਾਂ ਜੇ ਬੰਦਾ ਕੋਈ ਵੀ ਮਰ ਜੇ ਜਾਂ ਮਾੜਾ ਮੋਟਾ ਅਫਸੋਸ ਤਾਂ ਹਰੇਕ ਹੀ ਕਰ ਲੈਂਦਾ। ਇਹ ਸਰਕਾਰ ਸੀ, ਇਹਨਾਂ ਨੇ ਮਤਾ ਨਹੀਂ ਕੀਤਾ। ਇਹ ਦੋਨੇ ਫਰੇਬ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਆਪ ਇਸ ਆਰਡੀਨੈਂਸ ਤੇ ਮਗਰਮੱਛ ਦੇ ਅਥਰੂ ਵਹਾਰਿਆ। ਕਿਵੇਂ ਵਹਾਰਿਆ? 2019 'ਚ ਇੱਕ ਮੀਟਿੰਗ ਹੋਈ ਸੀ ਮੁੱਖ ਮੰਤਰੀਆਂ ਦੀ, ਉਹਦੇ 'ਚ ਕੈਪਟਨ ਨਹੀਂ ਗਿਆ, ਮਨਪ੍ਰੀਤ ਗਿਆ, ਇਸੇ ਮੁੱਦੇ ਤੇ ਹੋਈ ਸੀ। ਉਸ ਤੋਂ ਬਾਅਦ ਉਹਦੇ 'ਚ ਕਾਹਨ ਸਿੰਘ ਪੰਨੂ ਆ ਜਿਹੜਾ, ਉਹ ਜਿਹੜਾ ਸੈਕਟਰੀ ਸੀ ਸਾਡਾ, ਜਿਹੜਾ ਸਕੱਤਰ ਐਗਰੀਕਲਚਰ ਸੀ, ਉਹ ਵੀ ਗਿਆ। ਉਸ ਵੇਲੇ ਉਹ ਬੰਦੇ ਨੇ ਇਸ ਮਤੇ ਦੀ ਜਿਹੜੀ ਨਾ ਵਿਰੋਧਤਾ ਕੀਤੀ, ਇਸ ਮਤੇ ਦੇ ਨਾਲ ਸਹਿਮਤੀ ਹੋ ਗਈ। ਬਾਦਲ ਨੇ ਵੀ ਸਹਿਮਤ ਕੀਤੀ ਤੇ ਕੇਜਰੀਵਾਲ ਵੀ ਉਹਦੇ ਵਿੱਚ ਸੀ। ਕੇਜਰੀਵਾਲ ਨੇ ਸਹਿਮਤੀ, ਸਾਰੇ ਸਟੇਟਾਂ ਦੇ ਮੁੱਖ ਮੰਤਰੀਆਂ ਨੇ ਸਹਿਮਤੀ ਕੀਤੀ ਤੇ ਸਹਿਮਤੀ ਕਰਕੇ ਉਸ ਤੋਂ ਬਾਅਦ ਏਜੰਡਾ ਆਇਆ, ਹਰਸਿਮਰਤ ਨੇ ਸਹਿਮਤੀ ਕੀਤੀ, ਆਰਡੀਨੈਂਸ ਆਇਆ, ਹਰਸਿਮਰਤ ਨੇ ਸਹਿਮਤੀ ਕੀਤੀ, ਇਹ ਬਿੱਲ ਕੀਤਾ। ਹੁਣ ਜਦੋਂ ਲੋਕਾਂ ਦਾ ਵਿਰੋਧ ਹੋ ਗਿਆ ਤੇ ਹੁਣ ਮਗਰਮੱਛ ਦੇ ਅੱਥੂ ਫਸਾਉਂਦੇ ਆ। ਇਹਦੇ ਵਿੱਚ ਕੈਪਟਨ ਵੀ ਉੱਥੇ ਹੈ। ਇਹ ਜਥੇਬੰਦੀਆਂ ਨੂੰ ਕੈਪਟਨ ਕੋਲ ਜਾਣ ਦੀ ਕੀ ਲੋੜ ਸੀ? ਕੈਪਟਨ ਦੇ ਵੱਸ ਤਾਂ ਆਪ ਦੀ ਨਹੀਂ ਖੇਡ ਨਹੀਂ ਹੈਗੀ, ਕਿਉਂਕਿ ਇਹ ਸੈਂਟਰ ਦੇ ਵੱਸ ਹੈ। ਇਹ 31 ਜਥੇਬੰਦੀਆਂ ਜੇ ਜਾਂਦੀਆਂ ਨਾ ਰਾਸ਼ਟਰਪਤੀ ਕੋਲੇ ਜਾਂਦੀਆਂ, ਉੱਥੇ ਗੱਲ ਕਰਦੀਆਂ, ਪਰ ਇਸ ਕਰਕੇ ਉੱਥੇ ਜਾ ਕੇ ਕੀ ਲੈਣਾ? ਕਿਉਂਕਿ ਉੱਥੇ ਜਾ ਕੇ ਸਿਆਸਤ ਖੇਡਦੀਆਂ। ਕੈਪਟਨ ਸਾਹਿਬ ਨੂੰ ਮਿਲਣਾ ਹੋਣਾ ਨਾ ਤੇ ਕਹਿਣਾ ਹੋਣਾ ਬਈ ਅਸੀਂ ਤੇਰੇ ਨਾਲ ਆ, ਕੋਈ ਗੱਲ ਨਹੀਂ, ਅਸੀਂ ਆ ਜਿਹੜੀਆਂ ਚਾਰ ਜਿਹੜੇ ਵਿਚਾਰੇ ਗਾਇਕ ਹੈ ਜਿਹੜੇ ਇਹਨਾਂ ਦੇ ਨਾਲ ਨਹੀਂ ਹੈਗੇ, ਜਿਨ੍ਹਾਂ ਦੇ ਅੰਦਰ ਦਰਦ ਹੈ, ਵੀ ਘੇਰ ਕੇ ਲੈ ਆਂਦੇ ਆ ਤੁਹਾਡੇ ਕੋਲੇ, ਜਿਵੇਂ ਅੱਗੇ ਘੇਰਦੇ ਰਹੇ ਆ। ਗੰਨੇ ਦੇ ਮੋਰਚੇ ਤੇ ਘੇਰਿਆ, ਦੁੱਧ ਦੇ ਮੋਰਚੇ ਤੇ ਘੇਰਿਆ, ਫਿਰ ਉਸ ਤੋਂ ਬਾਅਦ 31 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਸਰਕਾਰ ਨਾਲ ਮਿਲ ਕੇ ਮਤਲਬ ਹਾਂ ਕੁਝ ਉਹਨਾਂ ਦੇ ਬੰਦੇ ਆ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਆ। ਹੁਣ ਦੱਸੋ ਤੁਸੀਂ ਲੱਖੋਵਾਲ ਨੂੰ ਕਿਵੇਂ ਲੈਂਦੇ ਹੋ? ਚੇਅਰਮੈਨੀ ਤੋਂ ਲੈ ਲਈ, ਬਾਦਲ ਕੋਲ 10 ਲੈ ਨਜ਼ਾਰੇ। ਰਾਜੇਵਾਲ ਨੂੰ ਤੁਸੀਂ ਕਿਵੇਂ ਕਹਿੰਦੇ ਹੋ? ਗੱਲ ਸੱਚੀ ਤਾਂ ਕਰੋ। ਜੇ ਅਸੀਂ ਮਿਲੇ ਸਾਨੂੰ ਕਹੋ, ਕਿਉਂਕਿ ਇਹ ਗੱਲਾਂ ਕਰਨੀਆਂ ਪੈਣਗੀਆਂ। ਅੱਜ ਕੱਲ੍ਹ ਤੁਹਾਨੂੰ ਨਹੀਂ ਸੱਦਿਆ ਉੱਥੇ ਜਥੇਬੰਦੀਆਂ 'ਚ? ਨਹੀਂ ਜੀ, ਅਸੀਂ ਕਿਉਂ ਜਾਵਾਂਗੇ ਜੀ? ਸਾਨੂੰ ਸਾਦੇ ਜਾਣਾ ਨਹੀਂ ਸੀ। ਅਸੀਂ ਕਿਹਾ ਸੀ ਇਹਨਾਂ ਦੇ ਧਰਨਿਆਂ 'ਚ ਅਨਕੰਡੀਸ਼ਨਲ ਗਏ ਆ। ਸਾਡਾ ਫਰਜ਼ ਬਣਦਾ ਹੈ, ਸਾਡਾ ਜਾਂਦਾ ਸੀ ਵੀ ਕਿਸਾਨ, ਅਸੀਂ ਕਿਸਾਨ ਦੇ ਪੁੱਤ ਹਾਂ, ਅਸੀਂ ਵੀ ਬੈਠੇ ਹਾਂ। ਤੁਹਾਡੀ ਕਿਸਾਨ ਯੂਨੀਅਨ ਨਹੀਂ ਸ਼ਾਮਲ ਉਹਨਾਂ 31 ਕਿਸਾਨ ਜਥੇਬੰਦੀਆਂ? ਅਸੀਂ ਬਿਲਕੁਲ ਸ਼ਾਮਲ ਹਾਂ। ਉਹਨਾਂ ਨੇ ਸੱਦਾ ਦਿੱਤਾ, ਅਸੀਂ ਗਏ, ਕਿਸਾਨਾਂ ਲਈ ਸ਼ਾਮਲ ਹੈ। ਹੁਣ ਵੀ ਅਸੀਂ ਕਹਿੰਦੇ ਅੱਜ ਕਿਸਾਨ ਯੂਨੀਅਨ ਕ੍ਰਾਂਤੀ ਕਰਾਈ ਹੈ, ਅਸੀਂ ਆਓ ਬੈਠੋ, ਬੋਲੋ, ਗੱਲਾਂ ਕਰੋ। ਇਸ ਸਟੇਜ ਤੋਂ ਕੋਈ ਬੰਦਾ ਬੋਲੇ, ਕਿਸਾਨ ਬੋਲੇ, ਵਪਾਰੀ ਬੋਲੇ, ਆੜ੍ਹਤੀਆ ਬੋਲੇ, ਇਹ ਤਾਂ 13 ਜਥੇਬੰਦੀਆਂ ਕਹਿੰਦੇ ਕੋਈ ਬੋਲ ਹੀ ਨਹੀਂ ਸਕਦਾ। ਕਹਿੰਦੇ ਤਾਂ ਸਿਆਸਤ ਕਰਦੇ ਹੋ। ਇਹ ਕਹਿੰਦੇ ਬੋਲਣ ਨਹੀਂ ਦਿੰਦੇ। ਕਿਉਂ ਨਹੀਂ ਬੋਲਣ ਦਿੰਦੇ ਬਈ? ਕਾਹਦੀ ਸਿਆਸਤ ਹੈ? ਸਿਆਸਤ ਨੇ ਤਾਂ ਤੁਸੀਂ ਸਿਆਸਤ ਨਹੀਂ ਕਰਦੇ, ਤੁਸੀਂ ਵੋਟਾਂ ਨਹੀਂ ਪਾਉਂਦੇ। ਤੁਸੀਂ ਦੱਸੋ ਕਿਹਨੂੰ ਵੋਟਾਂ ਪਾਉਣੇ ਹੋ? ਤੁਸੀਂ ਸਿਆਸਤ ਨਹੀਂ ਕਰਦੇ। ਸਭ ਤੋਂ ਵੱਡੀ ਤੁਸੀਂ ਸਿਆਸਤ ਕਰਦੇ ਹੋ ਕਿ ਬੋਲਣ ਵਾਲਿਆਂ ਦਾ ਮੂੰਹ ਜ਼ਬਾਨ ਕਰਦੇ ਆ, ਕਿਉਂਕਿ ਲੋਕ ਬਾਦਲ ਦੇ ਉਲਟੇ ਆ, ਕਾਂਗਰਸ ਦੇ ਵੀ ਉਲਟਾ, ਕੇਜਰੀਵਾਲ ਦੇ ਉਲਟਾ। ਉਹਨਾਂ ਨੂੰ ਤਾਂ ਲੋਕ ਬੋਲਣ ਨਹੀਂ ਦਿੰਦੇ। ਜਿਹੜੇ ਅਸੀਂ ਸੰਘਰਸ਼ ਕਰਦੇ ਆ ਉਹਨਾਂ ਨੂੰ ਉਸ ਯਾਰ 'ਚ ਸਾਨੂੰ ਵੀ ਨਹੀਂ ਕਿਤੇ ਬੋਲਣ ਦਿੰਦੇ। ਸਾਡੇ ਬੰਦਿਆਂ ਨੂੰ ਬੋਲਣ ਨਹੀਂ ਦਿੱਤਾ। ਕਿਉਂ ਨਹੀਂ ਬੋਲਣ ਦਿੱਤਾ? ਵਾਟ ਇਜ਼ ਦਾ ਰੀਜ਼ਨ ਆਫ ਦਿਸ ਕੇਸ? ਕਿਆ ਕੇਸ ਹੈ ਇਹ? ਜਵਾਬ ਦੇਣ ਖਾਂ। ਕੀ ਗੱਲ ਤੁਸੀਂ ਕਿਸਾਨਾਂ ਦੇ ਠੇਕੇਦਾਰ ਹੋ? ਕੀ ਤੁਸੀਂ ਕਿਸਾਨਾਂ ਦੇ ਵਫਾਦਾਰ ਹੋ? ਕਿਹੜੀ ਕਿਸਾਨੀ ਦੀ ਗੱਲ, ਕਿਹੜਾ ਧਰਨਾ ਲਾਇਆ, ਕਿਹੜੀ ਰਾਤ ਕੱਟੀ ਹੈ ਤੁਸੀਂ? ਕਿਸੇ ਨੇ ਕੋਈ ਬੋਲਿਆ ਨਹੀਂ। ਦੱਸੋ ਕਿਹੜੀ ਪਾਰਲੀਮੈਂਟ 'ਚ ਗੱਲ ਕੀਤੀ ਹੈ ਤੁਸੀਂ? ਕਿਹੜੇ ਤੁਹਾਡੇ ਕਿਸਾਨਾਂ ਦੀਆਂ ਖੱਬੇ ਪਾਸੇ 45 ਮੈਂਬਰ ਆਫ ਪਾਰਲੀਮੈਂਟ 'ਚ ਕਦੇ ਬੋਲੇ? ਕਿਸਾਨਾਂ ਤੇ ਮਜ਼ਦੂਰਾਂ ਦੇ ਪਾਰਲੀਮੈਂਟ 'ਚ ਬੋਲੇ ਆ? ਅੱਜ ਤੱਕ ਬੋਲੇ ਨਹੀਂ। ਤੇ ਫਿਰ ਧਰਨੇ ਮੁਜ਼ਾਹਰਿਆਂ 'ਚ ਤੁਸੀਂ ਪਾਈ ਫਿਰਦੇ ਹੋ ਲੋਕਾਂ ਨੂੰ। ਬੇਸਿਕ ਗੱਲ ਕਰੋ, ਇੱਥੇ ਆ ਕੇ ਟੇਬਲ ਤੇ ਗੱਲ ਕਰਨੀ ਪਊਗੀ। ਜਿੰਨਾ ਚਿਰ ਤੁਸੀਂ ਗੱਲ ਨਹੀਂ ਕਰਦੇ ਤੇ ਜਿਹੜੇ ਚੰਗੇ ਬੰਦਿਆਂ ਨੂੰ ਤੁਸੀਂ ਸਾਈਡ ਤੇ ਕਰਨਾ ਚਾਹੁੰਦੇ, ਇਹ ਗੱਲ ਨਹੀਂ ਕਰਨੀ। ਹੁਣ ਤੁਸੀਂ ਕਹਿੰਦੇ ਅਸੀਂ ਗੱਲ ਕਰਾਂਗੇ, ਇਹ ਟੇਬਲ ਤੇ ਗੱਲ, ਅੰਦਰ ਗੁਪਤ ਗੱਲ ਨਹੀਂ ਹੋਣੀ ਚਾਹੀਦੀ। ਗੱਲ ਇੱਥੇ ਹੋਣੀ ਚਾਹੀਦੀ ਹੈ। ਇੱਥੇ ਲੀਡਰ ਹੋਣ, ਇੱਥੇ ਗੱਲ ਕਰਨ, ਗੱਲ ਖੁੱਲੀ ਹੋਵੇ, ਪ੍ਰੈਸ ਵਿੱਚ ਹੋਵੇ, ਲੋਕ ਵਿੱਚ ਹੋਣ, ਬੀਬੀਆਂ ਜਿਹੜੀਆਂ ਲੜਾਈ ਲੜੀਆਂ ਹੋਣ, ਗਾਇਕ ਹੋਣ, ਸਾਰੇ ਬੰਦੇ ਵਿੱਚ ਹੋਣ। ਗੱਲ ਕਿਹੜੀ? ਇੱਕ ਤਾਂ ਗੱਲ ਹੈ, ਦੂਜੀ ਕਿਹੜੀ ਗੱਲ ਹੈ? ਆਰਡੀਨੈਂਸ ਰੱਦ ਕਰ ਦਿਓ। ਹੋਰ ਕੀ ਗੱਲ ਹੈ? ਮੋਰਚਾ ਕਦੋਂ ਤੱਕ ਚੱਲੇਗਾ? ਹੁਣ ਦੇਖੋ, ਇਹ ਜੇ ਕਿਤੇ ਸਰਕਾਰ ਨੇ ਕਾਨੂੰਨ ਤਾਂ ਹੁਣ ਬਣ ਚੁੱਕਿਆ, ਜੇ ਸਰਕਾਰ ਨੇ ਰੱਦ ਨਾ ਕੀਤਾ
ਸਾਲ 2 ਸਾਲ 3 ਸਾਲ ਕਿੰਨੇ ਕੁ ਸਾਲ ਤੱਕ ਮੋਰਚਾ ਲਾ ਕੇ ਬੈਠੇ ਰਹੋਗੇ ਇੱਥੇ? ਦੇਖੋ ਜੀ ਅਸੀਂ ਲਾਈ ਰੱਖਾਂਗੇ ਜਿੰਨਾ ਚਿਰ ਜੇ ਇਹ ਵੀਰ ਹੈ ਅਸੀਂ ਹਲਟੀ 'ਚ ਕੁੱਤਾ ਲਾਤਾ ਅੱਜ ਹੁਣ ਸਾਰੇ ਆਉਣਗੇ ਨਾ ਹੁਣ ਭੱਜ ਕੇ ਵਿਖਾਉਣਗੇ ਸਾਰੇ ਭੱਜ ਕੇ ਵਿਖਾਉਣ ਸਰਕਾਰ ਨਾਲ ਟੇਢੀ ਗੱਲ ਬੈਠੇ ਆ ਅਸੀਂ ਬਾਜ਼ ਨਿਗਾਹ ਰੱਖੀ ਹੋਈ ਹੈ ਇਸ ਤਰੀਕੇ ਵੀ ਕਿਹੜੇ ਤੁੰਬੀ ਕਿੱਧਰ ਵੱਜਦੀ ਅਸੀਂ ਤੁੰਬੀ ਦੀ ਤਾਰ ਦੁਸ਼ਮਣਾਂ ਦੇ ਘਰੇ ਨਹੀਂ ਵੱਜਣੀ ਕਿਸਾਨਾਂ ਦੇ ਘਰੇ ਵਜਾਵਾਂਗੇ ਇਹ ਦੇਖਣੇ ਆ ਹੁਣ ਸਾਰੇ ਆਉਣਗੇ ਤੁਸੀਂ ਵੇਖੋ ਅਸੀਂ ਮੋਰਚਾ ਲਾਇਆ 25 ਤਰੀਕ ਨੂੰ ਆਏ ਇਹ ਚੱਕਣਾ ਹੀ ਨਹੀਂ ਚਾਹੀਦਾ ਸੀ ਉਦੋਂ ਲਗਾਤਾਰ ਲੱਗਿਆ ਰਹਿੰਦਾ ਅਸੀਂ ਵੀ ਆਉਂਦੇ ਸਾਰੇ ਆਉਂਦੇ ਕਿਸਾਨਾਂ ਨੂੰ ਜਿਹੜਾ ਨਹੀਂ ਵੀ ਚਾਹੁੰਦਾ ਉਹਨਾਂ ਵੀ ਆਉਣਾ ਪੈਣਾ ਸੀ ਜਿਹਦਾ ਦਿਲ ਨਹੀਂ ਵੀ ਸੀ ਕਰਦਾ ਇਸ ਸੰਘਰਸ਼ ਦੇ ਨਾਲ ਬੜੇ ਬੰਦੇ ਸਹਿਮਤ ਨਹੀਂ ਪਰ ਲੋਕ ਰਾਏ ਕਰਕੇ ਵੇਖੋ ਵਿਖਾ ਰਹੇ ਆ ਜਿਵੇਂ ਬਗਰਾੜੀ ਮੋਰਚੇ ਸਹਿਮਤ ਨਹੀਂ ਵਿਖਾਉਂਦੇ ਸੀ ਹੁਣ ਕਿਸਾਨ ਯੂਨੀਅਨ ਹੈ ਜਿਹੜੀਆਂ ਕ੍ਰਾਂਤੀਕਾਰੀ ਯੂਨੀਅਨ ਹੈ ਤੇ ਰੱਬ ਨੂੰ ਮੰਨਦੀਆਂ ਨਹੀਂ ਸੀ ਨੇਚਰ ਮੰਨਦੀਆਂ ਇਹ ਵੀ ਬਗਰਾੜੀ ਮੋਰਚੇ ਕੋਈ ਇਕੱਠ ਹੋ ਗਿਆ ਸੀ ਡਰ ਤਾਂ ਸਾਰਿਆਂ ਨੂੰ ਇਹੀ ਲੱਗਦਾ ਨਾ ਕਿਤੇ ਇਹ ਨਾ ਹੋਵੇ ਬਰਗਾੜੀ ਮੋਰਚੇ ਦੇ ਵਾਂਗ ਇੱਥੋਂ ਵੀ ਕੋਈ ਝੋਲਾ ਚੱਕ ਕੇ ਮੁੜ ਕੇ ਤੁਰਦਾ ਬਣੇ। ਹਾਂ ਬਿਲਕੁਲ ਇਹ ਨਹੀਂ ਚੱਲਾਂ ਬਗਰਾੜੀ ਮੋਰਚੇ ਤੇ ਤਾਂ ਪ੍ਰਾਪਤੀਆਂ ਚਲ ਹੋਈਆਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜੇ ਗਏ ਆ ਕਿਉਂਕਿ ਐਸਐਸਪੀ ਅੰਦਰ ਹੋ ਗਿਆ ਡੀਆਈਜੀ ਅੰਦਰ ਹੋ ਗਿਆ ਆਈਜੀ ਅੰਦਰ ਹੋ ਗਿਆ ਐਸਪੀ ਅੰਦਰ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਗੰਦੇ ਨਾਲੇ ਚੋਂ ਜਿਹੜੇ ਸਰਸੇ ਵਾਲਿਆਂ ਨੇ ਕੀਤੇ ਇੱਕ ਕਾਰ ਤੇ ਚੱਕੇ ਫਿਰ ਪਹਿਲਾਂ ਮੋਟਰਸਾਈਕਲ ਤੇ ਚੱਕੇ ਫਿਰ ਮੋਟਰਸਾਈਕਲ ਤੇ ਕਾਰ ਤੇ ਲੈ ਗਏ ਫਿਰ ਸਿੱਖਾਂ ਵਾਲੇ ਪਿੰਡ ਚ ਲੈ ਗਏ ਉੱਥੇ ਟੋਏ 'ਚ ਨੱਪਤਾ ਜਿੱਥੇ ਲੈਟਰਨ ਸੀ ਉੱਥੋਂ ਨੱਪ ਕੇ ਫਿਰ ਉਹ ਲੈ ਗਏ ਆਪਣੇ ਡੱਗੋ ਰਮਾਣੇ ਸ਼ਕਤੀ ਸਿੰਘ ਦੇ ਘਰੇ ਜਿਹੜਾ ਮਨਤਾਰ ਬਰਾੜ ਦਾ ਕਰਤਾ ਤਾਂ ਉੱਥੇ ਗੁਰੂ ਨੱਪਤੇ ਗੁਰੂ ਫਿਰ ਉੱਥੋਂ ਕੱਢੇ ਅੱਧਾ ਅੰਗ ਉੱਥੇ ਰੱਖਤੇ ਅੰਗ ਪਾੜ ਕੇ ਬਗਰਾੜੀ 'ਚ ਲੈ ਗਏ ਤੇ ਜਦੋਂ ਫਿਰ ਇੱਕ ਫੋਟੋ ਸਟੇਟ ਵਾਲਾ ਫੜਿਆ ਉਹਦੇ ਪਟਾ ਚਾੜਿਆ ਪਹਿਲਾਂ ਬਾਦਲ ਵੀਰੇ ਅਸੀਂ ਫੜਾਇਆ ਸੀ ਬਾਦਲ ਨੇ ਉਹਨੂੰ ਛੱਡ ਦਿੱਤਾ ਫਿਰ ਜਦੋਂ ਪਤਾ ਲੱਗਿਆ ਫਿਰ ਉਹ ਜਦੋਂ ਮੰਨਿਆ ਫਿਰ ਕਹਿੰਦਾ ਵੀ ਸ਼ਕਤੀ ਸਿੰਘ ਹੋ ਰਹੀ ਹੈ ਤੇ ਫਿਰ ਇਹ 3 ਮਹੀਨੇ ਦਾ ਪ੍ਰੋਸੈਸ ਹੈ ਉਹ ਫਿਰ ਡੱਗੋ ਬਰਾੜ ਨੇ ਲੈ ਕੇ ਸ਼ਕਤੀ ਸਿੰਘ ਦੇ ਘਰੇ ਰੱਖਤਾ ਉਹਨਾਂ ਨੇ ਜੁੱਤਿਆਂ 'ਚ ਰੱਖਤਾ ਅਖੀਰ 3 ਮਹੀਨਿਆਂ ਬਾਅਦ ਜਿਹੜਾ ਗੁਰੂ ਆ ਸਾਡਾ ਗੰਦੇ ਨਾਲੇ ਕੋਟਕਪੂਰੇ ਛੱਡ ਦਿੱਤਾ ਇਹਨਾਂ ਨੇ ਇਹ ਪ੍ਰਾਪਤੀ ਬਰਗਾੜੀ ਮੋਰਚੇ ਦੀ ਕਿਸਾਨਾਂ ਦੇ ਮੋਰਚੇ ਦੀ ਵੀ ਇਹੋ ਜਿਹੀ ਪ੍ਰਾਪਤੀ ਹੋਏਗੀ ਕਿ ਕਿਸਾਨਾਂ ਦਾ ਬਿੱਲ ਜਿਹੜਾ ਰੱਦ ਹੋ ਜਾਏਗਾ ਹੋਣਾ ਚਾਹੀਦਾ ਕਿਉਂ ਨਹੀਂ ਰੱਦ ਹੋਣਾ ਚਾਹੀਦਾ ਕਿਉਂ ਨਹੀਂ ਰੱਦ ਹੋਣਾ ਚਾਹੀਦਾ ਕਿਸਾਨ ਮਰ ਗਿਆ ਸੱਪਾਂ ਦੇ ਸਿਰੀਆਂ ਕਿਸਾਨ ਮਿੱਧੇ ਮੈਂ ਕਹਿਣਾ ਜੇ ਕਿਸਾਨ ਮਰ ਗਿਆ ਤੇ ਮਜ਼ਦੂਰ ਮਰ ਗਿਆ ਕਿਸਾਨ ਮਰ ਗਿਆ ਤੇ ਵਪਾਰੀ ਮਰ ਗਿਆ ਕਿਸਾਨ ਮਰ ਗਿਆ ਤੇ ਟਰਾਂਸਪੋਰਟ ਗਿਆ ਕਿਸਾਨ ਮਰ ਗਿਆ ਸਾਰੇ ਮਰ ਗਏ ਇਸ ਕਰਕੇ ਇਹ ਮੋਰਚਾ ਜਾਰੀ ਰਹੂਗਾ ਤੇ ਸਾਰੇ ਕਿਸਾਨਾਂ ਨੂੰ ਕਹਿਣਾ ਇੱਕ ਫਰੰਟ ਤੇ ਇਕੱਠੇ ਹੋ ਜਾਓ ਸਿਆਸਤ ਕਰੋ ਜ਼ਰੂਰ ਤੇ ਸਿਆਸਤ ਸੱਚੀ ਕਰੋ ਸਿਆਸਤ ਹੀ ਸਾਨੂੰ ਮਾਰਨਾ ਚਾਹੁੰਦੀ ਹੈ ਹੁਣ ਚੰਗੀ ਸਿਆਸਤ ਕਰਕੇ ਇਹਦੇ ਚੋਂ ਪ੍ਰਾਪਤੀ ਕਰਕੇ ਨਿਕਲ ਗਏ ਹੁਣ ਭਾਵੇਂ ਸਾਡੇ ਵਖਰੇਵੇਂ ਸਾਰਕ ਹੋ ਸਕਦੇ ਆ ਪਰ ਇੱਥੇ ਸਾਰਿਆਂ ਨੂੰ ਛੱਡ ਕੇ ਇਹ ਲੜਾਈ ਲੜਨੀ ਚਾਹੀਦੀ ਸ਼ੁਕਰੀਆ ਧੰਨਵਾਦ ਸੋ ਸਾਡੇ ਨਾਲ ਮੌਜੂਦ ਸਨ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬੜੇ ਹੀ ਸਾਫ਼ ਲਫ਼ਜ਼ਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰਾਂ ਦੇ ਹੱਥ ਵਿੱਚ ਨਾ ਵਿਕਣ ਇੱਥੇ ਆ ਕੇ ਸ਼ੰਭੂ ਬਾਰਡਰ ਤੇ ਪੱਕਾ ਮੋਰਚਾ ਲਾਉਣ ਤਾਂ ਕਿ ਦਿੱਲੀ ਵੱਲ ਕੂਚ ਕਰਨ ਲੱਗਿਆ ਦੇਰੀ ਨਾ ਹੋਵੇ ਤਾਂ ਹੀ ਜਿਹੜਾ ਉਹ ਦਿੱਲੀ ਦੇ ਵਿੱਚ ਜਿਹੜਾ ਕੇਂਦਰ ਦੀ ਸਰਕਾਰ ਤੇ ਦਬਾਅ ਬਣੇਗਾ ਤਾਂ ਹੀ ਇਹ ਬਿੱਲ ਜਿਹੜੇ ਕਾਨੂੰਨ ਜਿਹੜੇ ਰੱਦ ਹੋ ਸਕਦੇ ਨੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।